ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋਏ ਤੇ ਉਹਨਾਂ ਨੇ ਮਜਬੂਰਨ ਇੱਕ ਬਜ਼ੁਰਗ ਲੀਡਰ ਨੂੰ ਚੁਣਨ ਦਾ ਫੈਸਲਾ ਕੀਤਾ। ਇੰਦਰਾ ਗਾਂਧੀ ਦੇ ਬੇਟੇ ਹੋ, ਤੁਹਾਡੀ ਇੰਦਰਾ ਗਾਂਧੀ ਮਾਂ ਹੈ, ਤੁਸੀਂ ਉਹਦੀ ਗੱਲ ਕਰਨੀ ਹੈ। SYL ਤੋਂ ਲੈ ਕੇ ਪੰਜਾਬ ਦਾ ਜਿਹੜਾ 1993 ਤੱਕ ਜਿਹੜਾ ਘਾਣ ਹੋਇਆ, ਉਹਦੇ ਸਾਰੀ ਦੀ ਸਾਰੀ ਜ਼ਿੰਮੇਵਾਰ ਤੁਸੀਂ ਤੇ ਤੁਹਾਡੀ ਕਾਂਗਰਸ, ਤੁਹਾਡੀ ਮਾਤਾ ਜੀ ਨੇ। ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ, ਰਾਜਾ ਵੜਿੰਗ ਸਾਹਿਬ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਾਡੀ ਕੌਮ ਸਾਰੀ ਇਕੱਠੀ ਹੋ ਜੇ, ਸਾਰੇ ਇੱਕ ਹੋ ਜਾਣ, ਆਪੋ ਆਪਣੇ ਮਤਭੇਦ ਭੁਲਾ ਕੇ, ਤੇ ਤੁਹਾਨੂੰ ਤਾਂ ਜਿਹੜੀ ਤੁਹਾਡੀ ਕਾਂਗਰਸ ਨੂੰ ਆ ਉਹ ਸਾਰਾ ਸਮਾਂ ਯਾਦ ਤਾਂ ਵੈਸੇ ਆਉਣਾ ਸ਼ੁਰੂ ਹੋ ਗਿਆ, ਤੇ ਯਾਦ ਕਰਵਾਈਏ, ਤੁਹਾਨੂੰ ਨਾਨੀ ਯਾਦ ਕਰਵਾਈਏ। ਇਹ ਗੱਲ ਭੁੱਲ ਜਾਣ ਕਿ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਦਾਖਲਅੰਦਾਜ਼ੀ ਬਿਲਕੁਲ ਪਸੰਦ ਨਹੀਂ। ਗਿੱਦੜ ਵਹੇ ਤੋਂ ਵੀ ਉਧਰੋਂ ਵੀ ਜਵਾਨਤਾ ਜ਼ਬਤ ਕਰਾਵਾਂਗੇ। ਹਾਂ, ਤੁਸੀਂ ਕਾਂਗਰਸ ਦੇ ਪ੍ਰਧਾਨ ਸੀ, ਕਾਂਗਰਸ ਦੇ ਬੜੇ ਵੱਡੇ ਲੀਡਰ ਹੋਣਾ ਇਸ ਟਾਈਮ, ਬੌਸ ਕਹਾਉਣੇ ਆਪਦੇ ਆਪ ਨੂੰ, ਪਰ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ, ਮੈਂ ਕਿਹੜਾ ਕਿਤੇ ਕਹਿੰਦੇ ਸੀਗੇ ਸਿੱਧੂ ਦੇ ਬਾਪੂ ਨੂੰ ਵਿਚਾਰੇ ਨੂੰ ਕਹਿੰਦੇ ਸੀਗੇ ਵੀ ਚੋਣਾਂ ਲੜ ਲਓ, ਪਰ ਤੁਸੀਂ ਇੱਥੇ ਚੋਣ ਕਿਉਂ ਨਹੀਂ ਲੜੀ? ਜਦ ਮੈਂ ਕਿਹੜਾ ਗੋਲਡੀ ਨੂੰ ਰਾਜ ਇੰਨੀਆਂ ਵੋਟਾਂ ਪੈ ਗਈਆਂ, ਤੁਹਾਨੂੰ ਇੰਨੀਆਂ ਵੀ ਨਹੀਂ ਸੀ ਪੈਣੀਆਂ। ਇਹ ਸੰਗਰੂਰ ਹੈ, ਚੀਕਾਂ ਹਰ ਇੱਕ ਦੇ ਕਢਾਉਂਦਾ ਹੈ। ਬਿਆਨ ਆਇਆ ਰਾਜਾ ਵੜਿੰਗ ਦਾ, ਜੋ ਕਿ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦਾ ਬਿਆਨ ਆਇਆ ਕਿ ਸੰਗਰੂਰ ਦੇ ਲੋਕਾਂ ਨੇ ਮਜਬੂਰੀ ਕਾਰਨ ਸਿਮਰਜੀਤ ਸਿੰਘ ਮਾਨ ਨੂੰ ਚੁਣਿਆ। ਮਜਬੂਰੀ ਕਾਰਨ ਸੰਗਰੂਰ ਦੇ ਲੋਕਾਂ ਨੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੂੰ ਚੁਣਿਆ। ਥੋੜਾ ਜਿਹਾ ਬਿਆਨ ਵੀ ਸੁਣ ਲਓ, ਮੈਂ ਬਿਆਨ ਵੀ ਸੁਣਾ ਦਿੰਦਾ, ਇਸ ਤੋਂ ਬਾਅਦ ਮੈਂ ਇੱਥੇ ਸਾਰੀ ਗੱਲਬਾਤ ਆਪਣੀ ਵੋਟਾਂ ਦੇ ਨਾਲ ਜਿੱਤਾਂਗੇ, ਭਲਾ ਬੰਦੇ ਹਾਰਨਗੇ। ਅੱਜ ਸਾਰਾ ਕੰਮ ਚੌਪਟ ਹੋ ਚੁੱਕਿਆ ਹੈ ਔਰ ਤਬ ਹਜੇ ਵੀ ਵਿਕਲਪ ਭਾਲ ਰਹੇ ਆ ਸੁਣ ਲੈਣੀ ਜੀ ਗੱਲ। ਉਹ ਨੌਜਵਾਨ ਜਿਨ੍ਹਾਂ ਨੇ 80 ਸਾਲਾਂ ਦੇ ਬਜ਼ੁਰਗ ਨੂੰ ਚੁਣਿਆ, ਦੈਟ ਮੀਨਸ ਉਹਨਾਂ ਦੀ ਚੁਆਇਸ ਨਹੀਂ ਸੀਗੀ, ਲੇਕਿਨ ਬਾਈ ਡਿਫਾਲਟ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ ਹੋਰ। ਸੋ ਜਿਨ੍ਹਾਂ ਦੇ ਸੁਪਨੇ ਸਨ, ਮਤਲਬ ਕਿ ਆਮ ਆਦਮੀ ਪਾਰਟੀ ਕੁਝ ਕਰੇਗੀ, ਮੈਨੂੰ ਲੱਗਦਾ ਉਹ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋਏ ਤੇ ਉਹਨਾਂ ਨੇ ਮਜਬੂਰਨ ਇੱਕ ਬਜ਼ੁਰਗ ਲੀਡਰ ਨੂੰ ਚੁਣਨ ਦਾ ਫੈਸਲਾ ਕੀਤਾ। ਸਾਨੂੰ ਵੀ ਆਪਦੇ ਆਪ ਸੁਧਾਰ ਕਰਨ ਦੀ ਲੋੜ ਹੈ, ਲੇਕਿਨ ਸੱਤਾਧਾਰੀ ਆ ਸੁਣ ਲੈਣਾ ਜੀ। ਆਪਦੇ ਆਪ ਚ ਤਬਦੀਲ ਮਜਬੂਰਨ ਕਾਰਨ ਜਿਹੜੀ ਰਾਜਾ ਵੜਿੰਗ ਜੀ ਨੇ ਗੱਲ ਕਹੀ ਹੈ ਕਿ ਮਜਬੂਰਨ ਕਾਰਨ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੂੰ ਚੁਣਿਆ। ਗੱਲ ਇਹ ਵੜਿੰਗ ਸਾਹਿਬ ਜੀ, ਤੁਸੀਂ ਧਿਆਨ ਨਾਲ ਸੁਣ ਲੈਣੀ, ਤੁਹਾਡੇ ਤੱਕ ਵੀਡੀਓ ਅਕਸਰ ਮੇਰੀ ਪਹੁੰਚ ਹੀ ਜਾਂਦੀ ਹੈ, ਕਿਉਂਕਿ ਤੁਸੀਂ ਵੀ ਕਈ ਵਾਰੀ ਜਿਹੜੇ ਕਈ ਲੀਡਰਾਂ ਨੂੰ ਕਿਹਾ ਕਿ ਜਿਹੜਾ ਮੈਂ ਪਹਿਲਾਂ ਤੁਹਾਡੇ ਤੇ ਲਾਈਵ ਹੋਇਆ ਸੀ ਵੀ ਲਾਈਵ ਡਿਲੀਟ ਕਰਾ ਦਿਓ, ਕਈ ਬੰਦਿਆਂ ਨੂੰ ਇਹ ਗੱਲ ਕਹੀ, ਤੇ ਪਰ ਜਿਹੜੀ ਤੁਹਾਡਾ ਗੱਲ ਤੇ ਮੈਂ ਜਵਾਬ ਦੇਣਾ ਮਜਬੂਰੀ ਕਾਰਨ। ਵੜਿੰਗ ਸਾਹਿਬ, ਤੁਹਾਡੀ ਪਹਿਲੀ ਗੱਲ, ਤੁਹਾਡਾ ਠੀਕ ਹੈ, ਤੁਸੀਂ ਇੰਦਰਾ ਗਾਂਧੀ ਦੇ ਬੇਟੇ ਹੋ, ਤੁਹਾਡੀ ਇੰਦਰਾ ਗਾਂਧੀ ਮਾਂ ਹੈ, ਤੁਸੀਂ ਉਹਦੀ ਗੱਲ ਕਰਨੀ ਹੈ। ਜਿਹੜੀ ਇੰਦਰਾ ਗਾਂਧੀ ਨੇ ਕੱਲਾ ਪੰਜਾਬ ਦਾ ਨੌਜਵਾਨ, ਸਭ ਨੂੰ ਪਤਾ ਕਿ ਇੰਦਰਾ ਗਾਂਧੀ ਨੇ ਪੰਜਾਬ ਦੇ ਵਿੱਚ ਕੀ ਕੀਤਾ। SYL ਤੋਂ ਲੈ ਕੇ ਪੰਜਾਬ ਦਾ ਜਿਹੜਾ 1993 ਤੱਕ ਜਿਹੜਾ ਘਾਣ ਹੋਇਆ, ਉਹਦੇ ਸਾਰੀ ਦੀ ਸਾਰੀ ਜ਼ਿੰਮੇਵਾਰ ਤੁਸੀਂ ਤੇ ਤੁਹਾਡੀ ਕਾਂਗਰਸ, ਤੁਹਾਡੀ ਮਾਤਾ ਜੀ ਨੇਗੇ। ਹੁਣ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਹੀ ਆ ਮਜਬੂਰੀ ਕਾਰਨ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹਣਾ ਕਿ ਤੁਹਾਡੀ ਜਵਾਨ ਜ਼ਬਤ ਕਰਾਤੀ ਲੋਕਾਂ ਨੇ, ਤੁਹਾਡੀ ਕਾਂਗਰਸ ਜਿਹੜੀ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕੀ ਹੈ। ਮਜਬੂਰੀ ਕਾਰਨ ਫਿਰ ਤੁਹਾਡਾ ਗੋਲਡੀ ਤੁਸੀਂ ਵੀ ਕਰ ਭੱਜੇ ਫਿਰਦੇ ਸੀ, ਤੁਹਾਡਾ ਗੋਲਡੀ ਕਿੱਧਰ ਗਿਆ? ਜਿਹੜਾ ਪੰਜਾਬ ਦਾ ਨੌਜਵਾਨ ਹੈ, ਇੱਕ 35-40 ਸਾਲ ਦਾ ਨੌਜਵਾਨ ਹੈ। ਮਜਬੂਰੀ ਕਾਰਨ ਹੀ ਵੜਿੰਗ ਸਾਹਿਬ, ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਦੀ ਜੋ ਪੰਜਾਬ ਨੂੰ ਦੇਣਾ, ਉਹ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਹੈ। ਪਤਾ ਕਿ ਸਾਡਾ ਉਹ ਬੁੱਢਾ ਜਰਨੈਲ ਹੈ, ਸਾਡੇ ਉਸ ਜਰਨੈਲ ਨੇ ਕਿੰਨੀਆਂ ਜੇਲ੍ਹਾਂ ਕੱਟੀਆਂ, ਜਿਹੜਾ ਤੁਸੀਂ ਕਤਲਮ ਕੀਤਾ। ਤੁਹਾਡੀ ਇੰਦਰਾ ਗਾਂਧੀ ਦੇ ਜਿਹੜੇ ਰਾਜ ਦੇ ਵਿੱਚ ਉਹਨਾਂ ਨੇ IPS ਅਫਸਰ ਤੋਂ ਤਸੀਫਾ ਦਿੱਤਾ, ਉਹਦੀ ਇਹ ਦੇਣਾ ਉਸ ਬੁੱਢੇ, ਜਿਹੜਾ ਤੁਸੀਂ ਕਹਿੰਦੇ ਮਜਬੂਰੀ ਕਾਰਨ ਕਹਿੰਦੇ ਹੋ। ਤੁਸੀਂ ਇਹ ਗੱਲ ਕੀ ਕਰ ਰਹੇ ਹੋ ਮਜਬੂਰੀ ਕਾਰਨ ਵਾਲੀ? ਮੈਨੂੰ ਸਮਝ ਨਹੀਂ ਆ ਰਹੀ। ਮਜਬੂਰੀ ਤੁਹਾਡਾ ਜਿਹੜਾ ਸਫਾਇਆ ਹੋ ਗਿਆ ਪੰਜਾਬ ਦਾ, ਕਾਂਗਰਸ ਦਾ ਵਿੱਚ ਹੀ ਤੁਹਾਡੇ ਜਿਹੜੇ ਬਾਦਲ ਘੇਲਾਣੇ ਦਾ ਸਫਾਇਆ ਹੋ ਗਿਆ, ਤੁਸੀਂ ਕਿਹੜੀ ਗੱਲੋਂ ਮਜਬੂਰੀ ਕਹਿ ਰਹੇ ਹੋ? ਪੰਜਾਬ ਦਾ ਬੱਚਾ ਪੰਜਾਬ ਦਾ ਕੱਲਾ ਨੌਜਵਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਦੇ ਨਾਲ ਹੈ। ਤੁਸੀਂ ਇਹ ਜਿਹੜੀਆਂ ਗੱਲਾਂ ਕਰਦੇ ਹੋ ਨਾ ਮਜਬੂਰੀ ਕਾਰਨ, ਮਜਬੂਰੀ ਤਾਂ ਹੁਣ ਤੁਹਾਡੀ ਬਣ ਗਈ ਸੀ ਕਿ ਤੁਹਾਨੂੰ ਸੰਗਰੂਰ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਸੀ ਮਿਲ ਰਿਹਾ, ਤੁਹਾਨੂੰ ਜਿਹੜਾ ਸੰਗਰੂਰ ਦੇ ਵਿੱਚੋਂ ਕੈਂਡੀਡੇਟ ਨਹੀਂ ਸੀ ਮਿਲ ਰਿਹਾ, ਤੇ ਤੁਹਾਡਾ ਕੀ ਅਸਰ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ। ਇਹ ਗੱਲ ਭੁੱਲ ਜਾਣ ਕਿ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਦਾਖਲਅੰਦਾਜ਼ੀ ਬਿਲਕੁਲ ਪਸੰਦ ਨਹੀਂ। ਤੁਹਾਡੀ ਦਿੱਲੀ ਨੇ, ਤੁਹਾਡੀ ਇੰਦਰਾ ਗਾਂਧੀ ਨੇ, ਤੁਸੀਂ ਜਾ ਕੇ ਉਸ ਨੂੰ ਸਲੂਟ ਮਾਰਦੇ ਹੋ। ਸਰਦਾਰ ਮਾਨ ਸਿੰਘ ਵਰਗੇ ਜਿਹੜੇ ਕਿ ਦਿੱਲੀ ਦੇ, ਜਿਹੜੀ ਕਿ ਤੁਹਾਡੀ ਲੋਕ ਸਭਾ ਸੈਸ਼ਨ ਚੱਲ ਰਿਹਾ ਸੀਗਾ, ਤੁਹਾਡੀ ਜਿਹੜੀ ਸੋਨੀਆ ਗਾਂਧੀ ਬੈਠੀ ਸੀ ਉੱਥੇ, ਮਾਨ ਸਾਹਿਬ ਆ ਮੁੱਛ ਚੜਾ ਕੇ ਗੱਲ ਕਰ ਰਹੇ ਸੀ, ਆ ਮੁੱਛ ਚੜਾ ਕੇ ਮਨੁੱਖੀ ਅਧਿਕਾਰਾਂ ਦੀ ਤੇ 84 ਦੇ ਕਤਲੇਆਮ ਦੀ। ਉਦੋਂ ਉਸ ਨੂੰ ਪੰਜਾਬ ਦੇ ਨੌਜਵਾਨਾਂ ਨੇ ਸਮਝਿਆ। ਮੈਂ ਕੱਲੇ ਪਿੰਡ ਦੇ ਵਿੱਚ ਆ ਕੇ ਗੱਲ ਬੋਲਿਆ ਵੀ ਮਾਨ ਸਾਹਿਬ ਦੀ ਉਹ ਵੀਡੀਓ ਕੱਢ ਕੇ ਸੁਣੋ ਨੌਜਵਾਨੋ, ਜਿੱਥੇ ਕਿ ਉਹ ਉਸ ਨੂੰ ਲਲਕਾਰਿਆ, ਉਸ ਕਾਂਗਰਸ ਨੂੰ ਲਲਕਾਰਿਆ।
ਤੁਸੀਂ ਮਜਬੂਰੀ ਕਾਰਨ ਇਸ ਨੂੰ ਬੋਲ ਰਹੇ ਹੋ? ਵੜਿੰਗ ਸਾਹਿਬ, ਜੇ ਤੁਹਾਡੇ ਅੱਲੇ ਪੱਲੇ ਅੱਜ ਕੱਖ ਨਹੀਂ ਹੈਗਾ, ਮੈਂ ਇੱਕੋ ਹੀ ਗੱਲ ਕਹਿ ਕੇ ਸਮਾਪਤ ਕਰਦਾ। ਵੜਿੰਗ ਸਾਹਿਬ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਦੇਖਦੇ ਜਾਇਓ। ਮੈਂ ਆਸ ਕਰਦਾ, ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ, ਸਾਡੇ ਪੰਜਾਬ ਦੇ ਲੋਕ ਇਕੱਠੇ ਹੋ ਜਾਣ ਤੇ ਤੁਹਾਡਾ ਜਿਹੜੀਆਂ 18 ਸੀਟਾਂ ਮਿਲੀਆਂ ਨੇਗੀਆਂ, ਇਹ ਵੀ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਨਾਮੋ ਨਿਸ਼ਾਨ ਖਤਮ ਹੋ ਜਾਣਾ ਹੈ। ਇਹ ਗੱਲ ਯਾਦ ਰੱਖਿਓ। ਜੇ ਸਾਡੀ ਕੌਮ, ਸਾਡੀ ਸਿੱਖ ਕੌਮ ਇਕੱਠੀ ਹੋਗੀ ਨਾ, ਸਾਡੀ ਪੂਰੀ ਕੌਮ ਇਕੱਠੀ ਹੋਗੀ, ਤਾਂ ਤੁਹਾਡਾ ਇਸ ਪੰਜਾਬ ਦੇ ਵਿੱਚੋਂ ਛੱਡੋ, ਪੂਰੇ ਭਾਰਤ ਦੇ ਵਿੱਚੋਂ ਨਾਮੋ ਨਿਸ਼ਾਨ ਖਤਮ ਹੋ ਜਾਣਾ ਹੈ। ਕਿਉਂਕਿ ਜਿਸ ਤਰ੍ਹਾਂ ਅੱਜ ਤੁਹਾਡੇ ਕਾਂਗਰਸ ਦੇ ਹਸਰ ਨੇਗੇ, ਜਿਸ ਤਰ੍ਹਾਂ ਤੁਹਾਡੇ ਕਾਂਗਰਸ ਦੇ ਹਾਲਾਤ ਬਣੇ ਨੇਗੇ, ਇਸ ਕਰਕੇ ਇਹ ਚੀਜ਼ ਯਾਦ ਰੱਖਿਓ। परमात्मा के मैं अरदास करदा राजा वड़िंग साहब, मैं परमात्मा के अरदास करदा भी साडी कौम सारी इकट्ठी हो जाए, सारे एक हो जाण, आपो अपने मतभेद भुला के ते तुहानू फिर तुहानू ते जिहड़ी तुहाडी कांग्रेस नूं आ ਉਹ सारा समा याद ਤਾਂ वैसे आउणा शुरू हो गया ते याद करवाइए, तुहानू नानी याद करवाइए। ਤੁਸੀਂ ਮਜਬੂਰੀ ਕਾਰਨ ਕਹਿੰਦੇ ਹੋ ਨਾ, ਇਸ ਕਰਕੇ ਆ ਰਾਜੇ ਵੜਿੰਗ ਦਾ ਜਿਹੜਾ ਬਿਆਨ ਸੁਣ ਕੇ ਮੈਨੂੰ ਲੱਗਦਾ ਵੀ ਸਾਰੀ ਕੌਮ ਨੂੰ ਇਕੱਠਾ ਹੋ ਜਾਣਾ ਚਾਹੀਦਾ। ਜਿਹੜੇ ਇਸ ਤਰ੍ਹਾਂ ਸਾਡੇ ਜਰਨੈਲ ਸਾਹਿਬ ਬਾਰੇ ਜਾਂ ਕੁਝ ਬੋਲਦੇ ਨੇ ਕਿ ਮਜਬੂਰੀ ਕਾਰਨ ਜਿਹੜੀ ਹਜੇ ਬਿਸ਼ਰਮ, ਕਹਿੰਦੇ ਬਿਸ਼ਰਮਾ ਦੀ ਡੁੱਲ ਗਈ ਦਾਲ, ਯਾਰ ਤਾਂ ਭੁੰਜੇ ਬਹਿ ਕੇ ਖਾਣਗੇ ਨਾ, ਤਾਂ ਉਹ ਗੱਲ ਹੈ। ਬਿਸ਼ਰਮਾ ਉਹਦੀ ਬਿਸ਼ਰਮੀ ਨਹੀਂ ਮੰਨ ਰਿਹਾ ਵੀ ਸਾਡੀ ਜ਼ਬਾਨ ਜ਼ਬਤ ਹੋਊਗੀ, ਉਸ ਤੇ ਹਜੇ ਜਿਹੜੀ ਕਿੰਤੂ ਪਰੰਤੂ ਕਰ ਰਹੇ ਨੇ। ਉਹ ਬਿਸ਼ਰਮੋ, ਥੋੜੀ ਮੋਟੀ ਸ਼ਰਮ ਮੰਨੋ ਯਾਰ, ਥੋੜੀ ਮੋਟੀ ਵੀ ਸਾਡੇ ਲੋਕਾਂ ਨੇ ਸਾਨੂੰ ਕੀ ਫਤਵਾ ਦਿੱਤਾ ਹੈ, ਕੀ ਕੁਝ ਕੀਤਾ ਹੈ। ਕੋਈ ਗੱਲ ਨਹੀਂ, ਤੁਸੀਂ ਉਧਰੋਂ ਜਿੱਤ ਜਾਂਦੇ ਹੋ ਗਿੱਦੜਬਾਹਾ ਤੋਂ, ਉਧਰ ਥੋੜਾ ਜਿਹਾ ਮੈਨੂੰ ਲੱਗਦਾ ਹਜੇ ਇਹੋ ਜਿਹੇ ਸਾਡੇ ਵਰਗੇ ਹਜੇ ਨੌਜਵਾਨ ਉਧਰ ਹੰਬਲਾ ਨਹੀਂ ਮਾਰਿਆ, ਸਾਨੂੰ ਕੱਢਣ ਦੇ ਉਧਰ ਵੀ ਗੇੜੇ ਤੇ ਤੁਹਾਡੀ ਉਧਰੋਂ ਵੀ ਜ਼ਮਾਨਤਾਂ ਜ਼ਬਤ ਕਰਾਵਾਂਗੇ, ਯਾਦ ਰੱਖਿਓ ਇਹ ਗੱਲ। ਹਾਂ, ਤੁਸੀਂ ਕਾਂਗਰਸ ਦੇ ਪ੍ਰਧਾਨ ਸੀ, ਕਾਂਗਰਸ ਦੇ ਬੜੇ ਵੱਡੇ ਲੀਡਰ ਹੋਣਾ ਇਸ ਟਾਈਮ, ਬਹੁਤ ਕਹਾਉਣੇ ਆਪਦੇ ਆਪ ਨੂੰ, ਪਰ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ, ਮੈਂ ਕਹਿਣਾ ਕਿਤੇ ਕਹਿੰਦੇ ਸੀਗੇ ਸਿੱਧੂ ਦੇ ਬਾਪੂ ਨੂੰ ਵਿਚਾਰੇ ਨੂੰ ਕਹਿੰਦੇ ਸੀਗੇ ਵੀ ਚੋਣਾਂ ਲੜ ਲਓ, ਪਰ ਤੁਸੀਂ ਇੱਥੇ ਚੋਣ ਕਿਉਂ ਨਹੀਂ ਲੜੀ? ਜੇ ਮੈਂ ਕਹਿਣਾ ਗੋਲਡੀ ਨੂੰ ਤਾਂ ਹਜੇ ਇੰਨੀਆਂ ਵੋਟਾਂ ਪੈ ਗਈਆਂ, ਤੁਹਾਨੂੰ ਇੰਨੀਆਂ ਵੀ ਨਹੀਂ ਸੀ ਪੈਣੀਆਂ। ਇਹ ਸੰਗਰੂਰ ਹੈ, ਇਹ ਸੰਗਰੂਰ ਹੈ, ਚੀਕਾਂ ਹਰ ਇੱਕ ਦੇ ਕਢਾਉਂਦਾ ਹੈ, ਇਹ ਬਦਲਾਅ ਵਾਲੀ ਰਾਜਨੀਤੀ ਕਰਦਾ ਹੈ। ਇਹਨਾਂ ਨੂੰ ਪਤਾ ਚੰਗੀ ਤਰ੍ਹਾਂ, ਇਹ ਤਾਂ ਪਾਸਾ ਪਲਟ ਦਿੰਦਾ ਵੱਡਾ ਵੱਡਾ, ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਇਸ ਕਰਕੇ ਥੋੜੀ ਮੋਟੀ ਜੇ ਤੁਹਾਡੇ ਚ ਹੁਣ ਵੀ ਕਿਤੇ ਹੈਗੇ ਨਾ ਇਸ ਚੀਜ਼ ਦੀ ਮਾਫੀ ਮੰਗ ਲਿਓ। ਧੰਨਵਾਦ ਸਾਰਾ।